ਸਾਰਿਆਂ ਨੂੰ ਜੈ ਮਸੀਹ ਕੀ। ਮੈਂ ਫਿਰ ਤੁਹਾਡਾ ਸਭ ਦਾ ਵੈਲਕਮ ਕਰਦੀ ਹਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ, ਪਰਮੇਸ਼ਰ ਦੀ ਗ੍ਰੇਸ ਨੀਚੇ ਜੋ ਪਰਮੇਸ਼ਰ ਮੈਨੂੰ ਚੈਨਲ ਬਣਾਉਣ ਲਈ ਕਿਹਾ, ਗੋਡ ਗ੍ਰੇਸ ਦੇ ਵਿੱਚ ਮੈਂ ਤੁਹਾਡਾ ਸਭ ਦਾ ਵੈਲਕਮ ਕਰਦੀ ਹਾਂ। ਪਰਮੇਸ਼ਰ ਦੀ ਗ੍ਰੇਸ ਦੇ ਨੀਚੇ, ਪਰਮੇਸ਼ਰ ਦੇ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਮੈਂ ਤੁਹਾਡਾ ਸਭ ਦਾ ਵੈਲਕਮ ਕਰਦੀ ਹਾਂ। ਔਰ ਪਰਮੇਸ਼ਰ ਦੀ ਹਜ਼ੂਰੀ ਦੇ ਲਈ ਮੈਂ ਪਰਮੇਸ਼ਰ ਦਾ ਥੈਂਕਸ ਕਰਦੀ ਹਾਂ। ਅੱਜ ਦੇ ਸਰਮਨ ਦੇ ਲਈ ਜੋ ਖੁਦਾਵੰਦ ਨੇ ਫਿਰ ਤੋਂ ਮੈਨੂੰ ਦਿੱਤਾ ਇੱਕ ਨया ਸਰਮਨ, ਇੱਕ ਨया ਭੇਤ ਜੋ ਮੇਰੇ ਉੱਪਰ ਜ਼ਾਹਿਰ ਕੀਤਾ, ਜੋ ਮੈਂ ਤੁਹਾਡੇ ਸਭ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਇਸ ਲਈ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ। ਸੋ ਆਓ ਅਸੀਂ ਪਰਮੇਸ਼ਰ ਦੇ ਇਸ ਵਚਨ ਨੂੰ, ਇਸ ਭੇਤ ਨੂੰ ਸੁਣਨ ਤੋਂ ਪਹਿਲੇ ਅਸੀਂ ਪ੍ਰਾਰਥਨਾ ਵਿੱਚ ਚੱਲਦੇ ਹਾਂ। ਖੁਦਾਵੰਦ ਸਾਡੇ ਵਿੱਚ ਮੌਜੂਦ ਹੈ। ਅਸੀਂ ਵੈਲਕਮ ਕਰਦੇ ਹਾਂ ਹੌਲੀ ਸਪਿਰਿਟ ਦਾ ਔਰ ਪ੍ਰਾਰਥਨਾ ਕਰਦੇ ਹਾਂ ਸਭ ਜਨ ਮਿਲ ਕੇ ਅੱਜ ਦੇ ਵਚਨ ਦੇ ਲਈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਧੰਨਵਾਦ ਪਿਤਾ ਯੀਸ਼ੂ, ਮੈਂ ਤੁਹਾਡਾ ਧੰਨਵਾਦ ਕਰਦੀ, ਤੁਹਾਡਾ ਥੈਂਕਸ ਕਰਦੀ ਮੇਰੇ ਸਾਮਰਥੀ ਪਰਮੇਸ਼ਰ। ਅੱਜ ਦੇ ਇਸ ਦਿਨ ਲਈ, ਅੱਜ ਦੇ ਇਸ ਸਮੇਂ ਲਈ ਜੋਤੀ ਸਾਨੂੰ ਸਭ ਨੂੰ ਬਖਸ਼ਿਆ, ਆਪਣੀ ਰਹਿਮਤ, ਆਪਣੀ ਦਇਆ ਨੂੰ ਸਾਡੇ ਸਭ ਦੇ ਉੱਪਰ ਬਰਸਾਇਆ। ਔਰ ਪਿਤਾ ਪਰਮੇਸ਼ਰ ਸੁਬਾਹ ਤੋਂ ਲੈ ਕੇ ਹੁਣ ਤੱਕ ਸੰਭਾਲਿਆ, ਹਰ ਇੱਕ ਕੰਮ ਕਾਜ ਕਰਨ ਵਿੱਚ ਸਾਡੀ ਸਭ ਦੀ ਮਦਦ ਸਹਾਇਤਾ ਕੀਤੀ। ਮੈਂ ਤੁਹਾਡਾ ਧੰਨਵਾਦ ਕਰਦੀ ਪਿਤਾ ਪਰਮੇਸ਼ਰ ਜੀ। ਹੁਣ ਮੇਰੇ ਸਾਮਰਥੀ ਪਰਮੇਸ਼ਰ ਜੋ ਇਹ ਵਚਨ ਦੇ ਜੋ ਭੇਤ ਤੁਸੀਂ ਮੇਰੇ ਉੱਪਰ ਜ਼ਾਹਿਰ ਕੀਤੇ, ਮੇਰੇ ਜਿੰਦਾ ਖੁਦਾਵੰਦ ਦਾ ਸਭ ਨਾਲ ਸ਼ੇਅਰ ਕਰਨ ਵਿੱਚ ਮੇਰੀ ਮਦਦ ਸਹਾਇਤਾ ਕਰਨਾ, ਔਰ ਸੁਣਨ ਵਾਲਿਆਂ ਦੇ ਵੀ ਲਾਈਫ ਵਿੱਚ ਪਿਤਾ ਪਰਮੇਸ਼ਰ ਜੀ ਨਾਲ ਭੇਤਾਂ ਦਾ, ਇਸ ਗ੍ਰੇਸ ਦਾ, ਮੇਰੇ ਸਾਮਰਥੀ ਪਰਮੇਸ਼ਰ, ਇਸ ਰੈਵਲੇਸ਼ਨ ਦਾ ਮੇਰੇ ਜਿੰਦਾ ਖੁਦਾਵੰਦ ਦਾ 100 ਗੁਣਾ ਫਲ ਆਏ ਮੇਰੇ ਜਿੰਦਾ ਖੁਦਾਵੰਦ ਦਾ। ਸੁਣਨ ਵਾਲਿਆਂ ਦੀ ਲਾਈਫ ਚੇਂਜ ਹੋਏ ਪਿਤਾ ਪਰਮੇਸ਼ਰ ਜੀ। ਔਰ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਸਭ ਜਨ ਉਸ ਤਰ੍ਹਾਂ ਦੇ ਬਣ ਜਾਣ, ਫਿਰ ਤੋਂ ਪਾਪ ਨਾ ਕਰਨ ਪਿਤਾ ਪਰਮੇਸ਼ਰ। ਜੋ ਤੁਹਾਡਾ ਪਵਿੱਤਰ ਕਲਾਮ ਸਾਨੂੰ ਦੱਸਦਾ, ਸਾਨੂੰ ਸਿਖਾਉਂਦਾ, ਸਾਡੀ ਲਾਈਫ ਵਿੱਚ ਕਿਹੜੇ ਕਿਹੜੇ ਪਾਪ ਹੈ ਉਹਨਾਂ ਤੋਂ ਅਸੀਂ ਹਮੇਸ਼ਾ ਤੋਬਾ ਕਰਕੇ ਰਹਿਣਾ, ਬਚ ਕੇ ਰਹਿਣਾ, ਆਪਣੇ ਆਪ ਨੂੰ ਬਚਾ ਕੇ ਰੱਖਣਾ ਉਹਨਾਂ ਪਾਪਾਂ ਤੋਂ, ਔਰ ਤੁਹਾਡੀ ਹਜ਼ੂਰੀ ਦੇ ਵਿੱਚ ਮਿਲੇ ਰਹਿਣਾ ਮੇਰੇ ਸਾਮਰਥੀ ਪਰਮੇਸ਼ਰ। ਹੁਣ ਤੁਹਾਡਾ ਧੰਨਵਾਦ ਕਰਦੀ, ਤੁਹਾਡਾ ਥੈਂਕਸ ਕਰਦੀ, ਔਰ ਇਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਬੇਟੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ, ਆਮੀਨ, ਹਾਲੇਲੂਇਆ। ਸੋ ਅਸੀਂ ਪਰਮੇਸ਼ਰ ਦੇ ਵਚਨ ਤਰਫ ਚੱਲਦੇ ਹਾਂ। ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਇਸ ਭੇਤ ਨੂੰ, ਇਸ ਵਚਨ ਨੂੰ ਸਾਨੂੰ ਦਿੱਤਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਕੀ ਇੱਕ ਸੀਰੀਜ਼ ਜੋ ਸਟਾਰਟ ਹੋਈ ਹੈ ਪਾਪ ਦੇ ਉੱਪਰ, ਉਹਦੀ ਇਹ ਕੁਝ ਪੁਆਇੰਟਸ ਅਜੇ ਰਹਿੰਦੇ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੁਆਇੰਟ ਹੈ, ਬਹੁਤ ਸਾਰੇ ਐਸੇ ਪਾਪ ਹੈ ਜੋ ਅਸੀਂ ਜਾਣੇ ਅਣਜਾਣੇ ਵਿੱਚ ਕਰਦੇ ਹਾਂ। ਔਰ ਅੱਜ ਅਸੀਂ ਜਿਸ ਪਾਪ ਦੇ ਉੱਪਰ ਅੱਜ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸਿੱਖਾਂਗੇ ਕਿ ਅਸੀਂ ਇਹ ਪਾਪ ਨਹੀਂ ਕਰਨਾ, ਪਰਮੇਸ਼ਰ ਨੇ ਜੋ ਸਾਨੂੰ ਸਿਖਾਉਣਾ, ਅੱਜ ਅਸੀਂ ਅੱਛੀ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰਨਾ ਕਿ ਅਸੀਂ ਇਸ ਵਚਨ ਨੂੰ, ਇਸ ਭੇਤ ਨੂੰ ਆਪਣੀ ਲਾਈਫ 'ਚ ਲੈਣਾ, ਔਰ ਦੁਬਾਰਾ ਇਸ ਤਰ੍ਹਾਂ ਦੀ ਕੋਈ ਵੀ ਗਲਤੀ ਨਹੀਂ ਕਰਨੀ, ਦੁਬਾਰਾ ਇਸ ਤਰ੍ਹਾਂ ਦਾ ਕੋਈ ਪਾਪ ਨਹੀਂ ਕਰਨਾ ਜੋ ਖੁਦਾਵੰਦ ਨੂੰ ਪਸੰਦ ਨਹੀਂ ਹੈ। ਔਰ ਅਸੀਂ ਆਸ਼ੀਸ਼ ਦੇ ਵਾਰਿਸ ਬਣਨਾ, ਨਾ ਕਿ ਸ਼ਰਾਪ ਦੇ। ਹਾਲੇਲੂਇਆ। ਸੋ ਅਸੀਂ ਪਰਮੇਸ਼ਰ ਦੇ ਵਚਨ ਤਰਫ ਚੱਲਦੇ ਹਾਂ ਕਿ ਕਾਫੀ ਤਰ੍ਹਾਂ ਦੇ ਪਾਪ ਜਿਸ ਤਰ੍ਹਾਂ ਅਸੀਂ ਦੱਸਿਆ, ਔਰ ਉਹਨਾਂ ਵਿੱਚ ਇੱਕ ਪਾਪ ਹੈ ਕਿ ਚੋਰੀ ਨਾ ਕਰਨਾ। ਚੋਰੀ ਕਰਨਾ ਕੀ ਹੈ? ਇੱਕ ਉਹ ਵੀ ਪਾਪ ਹੈ, ਇੱਕ ਗੁਨਾਹ ਹੈ ਜੋ ਪਰਮੇਸ਼ਰ ਨਹੀਂ ਪਸੰਦ ਕਰਦੇ। ਔਰ ਉਸਦੀ ਅਗਰ ਚੋਰੀ ਕਰਦੇ, ਇਹ ਪਾਪ ਕਰਦੇ ਹੈ ਜਿਸ ਚੀਜ਼ ਤੋਂ ਪਰਮੇਸ਼ਰ ਨੇ ਮਨਾ ਕੀਤਾ, ਜਦੋਂ ਅਸੀਂ ਉਹ ਕੰਮ ਕਰਦੇ ਹਾਂ ਤੇ ਖੁਦਾਵੰਦ ਦੇ ਵਚਨ ਦੇ ਵਿੱਚ ਸਾਨੂੰ ਸਿੱਖਣ ਨੂੰ ਵੀ ਮਿਲਦਾ, ਸਾਨੂੰ ਪਤਾ ਚੱਲਦਾ ਕਿ ਜੋ ਚੋਰੀ ਕਰਦਾ ਇਹ ਪਾਪ ਹੈ ਜੋ, ਔਰ ਇਸ ਪਾਪ ਦੀ ਸਜ਼ਾ ਕੀ ਹੈ। ਹਾਲੇਲੂਇਆ। ਸੋ ਪਰਮੇਸ਼ਰ ਦੇ ਵਚਨ ਤਰਫ ਚੱਲਦੇ ਹਾਂ। ਯਹੋਸ਼ੂਆ, ਪੁਸਤਕ ਯਹੋਸ਼ੂਆ, ਉਸਦਾ ਚੈਪਟਰ 7, ਉਸਦੀ ਫਸਟ ਵਰਸ ਤੋਂ ਅਸੀਂ ਪੜਾਂਗੇ। ਪੂਰਾ ਚੈਪਟਰ ਹੈ, ਫੁੱਲ ਤੁਸੀਂ ਰੀਡ ਕਰਨਾ, ਔਰ ਇਸਦੇ ਕੁਝ ਵਰਸਸ ਮੈਂ ਤੁਹਾਨੂੰ ਪੜ੍ਹ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੀ, ਕਿਉਂਕਿ ਟਾਈਮ ਲਿਮਿਟਡ ਹੁੰਦਾ ਹੈ ਔਰ ਉਹਦੇ ਵਿੱਚ ਅਸੀਂ ਪੂਰਾ ਚੈਪਟਰ ਨਹੀਂ ਪੜ੍ਹ ਸਕਦੇ। ਇਸ ਕਰਕੇ ਮੈਂ ਵਿੱਚ ਕੁਝ ਪੁਆਇੰਟਸ, ਕੁਝ ਵਰਸਸ ਨੂੰ ਲਵਾਂਗੀ ਜੋ ਖੁਦਾਵੰਦ ਨੇ, ਜਿਨ੍ਹਾਂ ਬਾਰੇ ਮੇਨ ਜੋ ਮੈਨੂੰ ਦੱਸਿਆ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਹਾਲੇਲੂਇਆ। ਸੋ ਇਸ ਨੂੰ ਅੱਛੀ ਤਰ੍ਹਾਂ ਸਮਝਣ ਦੇ ਲਈ ਤੁਹਾਨੂੰ ਪੂਰਾ ਚੈਪਟਰ ਰੀਡ ਕਰਨਾ, ਫਿਰ ਤੁਹਾਨੂੰ ਸਮਝ ਆਏਗਾ ਕਿ ਖੁਦਾਵੰਦ ਸਾਨੂੰ ਸੱਚਮੁੱਚ ਕੀ ਕਹਿ ਰਹੇ ਹੈ, ਕੀ ਸਮਝਾ ਰਹੇ, ਔਰ ਅਸੀਂ ਕਿਸ ਤਰ੍ਹਾਂ ਦੇ ਬਣਨਾ। ਹਾਲੇਲੂਇਆ। ਸੋ ਪੜ੍ਹਦੇ ਹਾਂ ਅਸੀਂ ਵਚਨ। ਪਰ ਇਸਰਾਏਲੀ ਲੋਕਾਂ ਨੇ ਪ੍ਰਭੂ ਦੇ ਨਾਲ ਵਿਸ਼ਵਾਸਘਾਤ ਕੀਤਾ। ਅਕਾਨ ਨਾਂ ਦੇ ਇੱਕ ਆਦਮੀ ਨੇ ਪ੍ਰਭੂ ਦੀਆਂ ਪਵਿੱਤਰ ਚੀਜ਼ਾਂ ਵਿੱਚੋਂ ਚੋਰੀ ਆਪਣੇ ਲਈ ਕੁਝ ਪਿੱਛੇ ਰੱਖ ਲਈਆਂ। ਅਕਾਨ ਦੇ ਪਿਤਾ ਦਾ ਨਾਂ ਕਰਮੀ ਸੀ, ਜੋ ਜਬਦੀ ਦਾ ਪੁੱਤਰ ਸੀ ਔਰ ਜੋ ਜ਼ਰਾ ਦਾ ਪੋਤਾ ਸੀ, ਔਰ ਉਸ ਦਾ ਸੰਬੰਧ ਯਹੂਦਾ ਦੇ ਕਬੀਲੇ ਨਾਲ ਸੀ। ਇਸ ਵਿੱਚ ਪਰਮੇਸ਼ਰ ਸਾਨੂੰ ਦੱਸ ਰਿਹਾ ਹੈ, ਪਰਮੇਸ਼ਰ ਦਾ ਵਚਨ ਸਾਨੂੰ ਦੱਸ ਰਿਹਾ ਕਿ ਕੀ ਹੋਇਆ। ਅਕਾਨ ਨਾਂ ਦਾ ਜੋ ਆਦਮੀ ਸੀ, ਜਿਹਦਾ ਕਿ ਨਾਤਾ ਕਿਹਦੇ ਨਾਲ ਸੀ? ਯਹੂਦਾ ਦੇ ਕਬੀਲੇ ਦੇ ਨਾਲ। ਔਰ ਉਹਨੇ ਕੀ ਕੀਤਾ? ਪਰਮੇਸ਼ਰ ਦੇ ਵਿਰੁੱਧ ਪਾਪ ਕੀਤਾ, ਪਰਮੇਸ਼ਰ ਦੀਆਂ ਪਵਿੱਤਰ ਚੀਜ਼ਾਂ ਨੂੰ ਉਸਨੇ ਚੁਰਾ ਲਿਆ। ਕਿਉਂ? ਅਸੀਂ ਜਾਣਦੇ ਹਾਂ ਕਿ ਯਹੋਸ਼ੂਆ ਨੂੰ ਪਰਮੇਸ਼ਰ ਨੇ ਮੂਸਾ ਦੀ ਜਗ੍ਹਾ ਤੇ ਚੁਣ ਲਿਆ ਸੀਗਾ ਕਿ ਹੁਣ ਮੂਸਾ ਦੀ ਜਗ੍ਹਾ ਤੇ ਯਹੋਸ਼ੂਆ ਤੈਨੂੰ ਮੈਂ ਚੁਣ ਰਿਹਾ, ਤੂੰ ਮੇਰੀ ਇਸਰਾਏਲੀ ਕੌਮ ਨੂੰ ਉਸ ਜਗ੍ਹਾ ਤੇ ਪਹੁੰਚਾਏਗਾ, ਉਸ ਧਰਤੀ ਤੇ ਪਹੁੰਚਾਏਗਾ ਜੋ ਮੈਂ ਤੇਰੇ ਪੁਰਖਿਆਂ ਦੇ ਨਾਲ ਵਾਅਦਾ ਕੀਤਾ ਉਹਨਾਂ ਨੂੰ ਦੇਣ ਦਾ।
ਕਿ ਮੈਂ ਤੇਰੀ ਵੰਸ਼ ਨੂੰ ਉਹ ਜਗ੍ਹਾ ਦੇਵਾਂਗਾ, ਉਹ ਸਥਾਨ ਦੇਵਾਂਗਾ, ਉਹ ਧਰਤੀ ਦੇਵਾਂਗਾ। ਔਰ ਉਹ ਸਮੇਂ ਹੁਣ ਆ ਗਿਆ ਔਰ ਉਸ ਜਗ੍ਹਾ ਤੇ ਮੂਸਾ ਨਹੀਂ ਬਲਕਿ ਹੁਣ ਤੂੰ ਮੇਰੀ ਇਸਰਾਈਲੀ ਕੌਮ ਦੀ, ਮੇਰੇ ਲੋਕਾਂ ਦੀ ਤੂੰ ਅਗਵਾਈ ਕਰੇਂਗਾ ਔਰ ਉਸ ਜਗ੍ਹਾ ਤੇ, ਉਸ ਪਲੇਸ ਤੇ ਇਹਨਾਂ ਨੂੰ ਲੈ ਕੇ ਜਾਏਂਗਾ। ਔਰ ਉਹ ਸਾਰਾ ਇਲਾਕਾ ਕੀ ਹੋਏਗਾ, ਤੁਸੀਂ ਜਿੱਤੋਗੇ, ਉਹ ਮੈਂ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ। ਪਰਮੇਸ਼ਰ ਉਹਨਾਂ ਦੇ ਨਾਲ ਸੀ, ਇਸਰਾਈਲੀ ਕੌਮ ਦੇ ਨਾਲ। ਔਰ ਜਿੱਥੇ ਜਿੱਥੇ ਯਹੋਸ਼ੂਆ ਪਰਮੇਸ਼ਰ ਦੀ ਅਗਵਾਈ ਦੇ ਵਿੱਚ, ਹੋਲੀ ਸਪਿਰਿਟ ਦੀ ਅਗਵਾਈ ਦੇ ਵਿੱਚ, ਖੁਦਾਵੰਦ ਦੀ ਮਰਜ਼ੀ ਦੇ ਵਿੱਚ ਜਿਸ ਤਰ੍ਹਾਂ ਉਹ ਚੱਲ ਰਿਹਾ ਸੀਗਾ, ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ, ਔਰ ਨਾਲ ਨਾਲ ਇਸਰਾਈਲੀ ਕੌਮ ਵੀ ਉਸੇ ਹੀ ਤਰ੍ਹਾਂ ਵਿਵਸਥਾ ਨੂੰ ਜੋ ਇੰਸਟਰਕਸ਼ਨਸ ਪਰਮੇਸ਼ਰ ਦਿੰਦੇ ਸੀ ਉਹਨਾਂ ਨੂੰ ਫੋਲੋ ਕਰ ਰਹੇ ਸੀ। ਔਰ ਹਰ ਜਗ੍ਹਾ ਤੇ ਕੀ ਹੋ ਰਿਹਾ ਸੀ, ਉਹ ਜਿੱਤ ਪ੍ਰਾਪਤ ਕਰ ਰਹੇ ਸੀ। ਪਰ ਇਸ ਜਗ੍ਹਾ ਤੇ ਕੀ ਹੋਇਆ ਕਿ ਉਹਨਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਤੋੜ ਦਿੱਤਾ, ਪਰਮੇਸ਼ਵਰ ਦੀ ਆਗਿਆ ਦੀ ਉਲੰਘਣਾ ਕੀਤੀ, ਉਹ ਪਾਪ ਕਰ ਦਿੱਤਾ ਜੋ ਖੁਦਾਵੰਦ ਨੇ ਮਨਾ ਕੀਤਾ ਸੀ ਕਿ ਇਹ ਪਾਪ ਤੁਸੀਂ ਨਹੀਂ ਕਰਨਾ। ਪਰਮੇਸ਼ਰ ਨੇ ਬੋਲਿਆ ਸੀ ਕਿ ਜਿੰਨਾ ਵੀ ਤੁਸੀਂ, ਜੋ ਵੀ ਤੁਹਾਨੂੰ ਲੁੱਟਦਾ, ਜਿਹੜੇ ਇਲਾਕੇ ਤੁਸੀਂ ਜਾਓਗੇ, ਜੋ ਤੁਹਾਨੂੰ ਲੁੱਟ ਦਾ ਸਮਾਨ ਮਿਲੇਗਾ, ਉੱਥੇ ਧਨ ਦੌਲਤ, ਸੋਨਾ ਚਾਂਦੀ, ਜੋ ਕੁਝ ਵੀ ਮਿਲੇਗਾ, ਉਹ ਕੀ ਹੋਏਗਾ, ਪਵਿੱਤਰ ਹੋਏਗਾ। ਔਰ ਮੇਰੇ ਪਵਿੱਤਰ ਸੰਦੂਕ ਦੇ ਸਾਹਮਣੇ ਤੁਸੀਂ ਉਹ ਸਭ ਕੁਝ ਲਿਆ ਕੇ ਅਰਪਣ ਕਰ ਦੇਣਾ, ਰੱਖ ਦੇਣਾ। ਔਰ ਉਸੇ ਤਰ੍ਹਾਂ ਹੀ ਹਰ ਵਾਰ ਹੋ ਰਿਹਾ ਸੀ। ਪਰ ਇਸ ਵਾਰ ਕੀ ਹੋਇਆ ਕਿ ਅਕਾਨ ਨੇ ਕੀ ਕਰਤਾ, ਪਾਪ ਕਰ ਦਿੱਤਾ। ਪਰਮੇਸ਼ਵਰ ਨੇ ਉਸ ਦੀ ਸਜ਼ਾ ਫਿਰ ਉਸ ਨੂੰ ਸੁਣਾਈ। ਔਰ ਇਹਦੀ ਵਜ੍ਹਾ ਨਾਲ ਕੀ ਹੋਇਆ ਕਿ ਅਮੋਰੀਆ ਦੇ ਹੱਥੋਂ ਇਸਰਾਈਲੀ ਕੌਮ ਹਾਰ ਗਈ। ਔਰ ਜਦੋਂ ਇਸਰਾਈਲੀ ਕੌਮ ਅਮੋਰੀਆ ਦੇ ਹੱਥੋਂ ਹਾਰ ਗਈ ਤਾਂ ਯਹੋਸ਼ੂਆ ਔਰ ਜਿੰਨੇ ਵੀ ਬਜ਼ੁਰਗ ਸੀਗੇ, ਉਹਨਾਂ ਨੇ ਪਰਮੇਸ਼ਵਰ ਦੇ ਸਾਹਮਣੇ ਕੀ ਕੀਤਾ। ਅਸੀਂ ਪਰਮੇਸ਼ਰ ਦੇ ਵਚਨ ਤਰਫ ਚੱਲਦੇ ਹਾਂ। ਯਹੋਸ਼ੂਆ ਨੇ ਪ੍ਰਭੂ ਨੂੰ ਕਿਹਾ, ਹੇ ਪਰਮੇਸ਼ਰ, ਤੂੰ ਸਾਨੂੰ ਜਰਦਨ ਦੇ ਪਾਰ, ਇਸ ਪਾਰ ਅਮੋਰੀਆ ਦੇ ਹੱਥੋਂ ਨਾਸ਼ ਕਰਵਾਉਣ ਲਈ ਕਿਉਂ ਲੈ ਆਇਆ ਹੈ? ਕੀ ਅਸੀਂ ਜਰਦਨ ਦੇ ਉਸ ਪਾਰ ਠੀਕ ਨਹੀਂ ਸਾਂ? ਹੇ ਪ੍ਰਭੂ, ਮੈਂ ਕੀ ਕਹਿ ਸਕਦਾ ਹਾਂ ਜਦੋਂ ਇਸਰਾਈਲੀਆਂ ਨੇ ਆਪਣੇ ਵੈਰੀਆਂ ਦੇ ਹੱਥੋਂ ਹਾਰ ਖਾਧੀ ਹੈ? ਇਸ ਗੱਲ ਦਾ ਪਤਾ ਜਦੋਂ ਕਨਾਨੀਆਂ ਅਤੇ ਹੋਰ ਲੋਕਾਂ ਨੂੰ ਲੱਗੇਗਾ ਤਾਂ ਉਹ ਆ ਕੇ ਸਾਨੂੰ ਘੇਰ ਲੈਣਗੇ ਅਤੇ ਸਾਨੂੰ ਸਭ ਇਸ ਧਰਤੀ ਤੋਂ ਖਤਮ ਕਰ ਦੇਣਗੇ। ਇਹ ਹੋਣ ਤੇ ਤੇਰੇ ਵੱਡੇ ਨਾਂ ਦਾ ਇਸ ਧਰਤੀ ਤੇ ਕੌਣ ਆਦਰ ਕਰੇਗਾ? ਜਦੋਂ ਕੀ ਕਰ ਰਿਹਾ ਸੀ ਯਹੋਸ਼ੂਆ, ਪਰਮੇਸ਼ਰ ਨਾਲ ਰੋਸ ਕਰ ਰਿਹਾ ਸੀਗਾ, ਪਰਮੇਸ਼ਰ ਦੇ ਅੱਗੇ ਪ੍ਰਗਟ ਕਰ ਰਿਹਾ ਸੀ ਆਪਣੇ ਦਿਲ ਦੇ ਉਸ ਦੁੱਖ ਨੂੰ, ਉਸ ਹਾਰ ਨੂੰ ਬਿਆਨ ਕਰ ਰਿਹਾ ਸੀ। ਪਰਮੇਸ਼ਰ, ਅਸੀਂ ਹਾਰ ਗਏ ਹਾਂ। ਔਰ ਇਹ ਹਾਰ ਦਾ ਖਬਰ ਜੋ ਇਸ ਹਾਰ ਦਾ ਜਦੋਂ ਪਤਾ ਦੂਸਰੇ ਇਲਾਕਿਆਂ ਨੂੰ ਲੱਗੇਗਾ, ਦੂਸਰੀਆਂ ਕੌਮਾਂ ਨੂੰ ਲੱਗੇਗਾ, ਉਹ ਕੀ ਕਰਨਗੇ, ਸਾਡੇ ਉੱਪਰ ਚੜਾਈ ਕਰਨਗੇ ਔਰ ਸਾਨੂੰ ਕੀ ਕਰਨਗੇ, ਮਾਰ ਦੇਣਗੇ। ਔਰ ਅੱਗੇ ਪਰਮੇਸ਼ਰ ਯਹੋਸ਼ੂਆ ਨੂੰ ਆਨਸਰ ਦੇ ਰਿਹਾ ਹੈ। ਤਦ ਪ੍ਰਭੂ ਨੇ ਯਹੋਸ਼ੂਆ ਨੂੰ ਕਿਹਾ, ਤੂੰ ਇਸ ਤਰ੍ਹਾਂ ਮੂੰਹ ਪਾਰ ਕਿਉਂ ਡਿੱਗ ਪਿਆ ਹੈ? ਇਸਰਾਈਲੀਆਂ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ, ਉਹਨਾਂ ਨੇ ਮੇਰੇ ਨੇਮ ਨੂੰ ਤੋੜਿਆ ਹੈ, ਉਹਨਾਂ ਮੇਰੀਆਂ ਮਨਾ ਕੀਤੀਆਂ ਚੀਜ਼ਾਂ ਵਿੱਚ ਚੋਰੀ ਕਰਕੇ ਆਪਣੀਆਂ ਚੀਜ਼ਾਂ ਵਿੱਚ ਮਿਲਾ ਲਿਆ ਹੈ। ਇਸ ਕਰਕੇ ਪਰਮੇਸ਼ਰ ਕਹਿੰਦੇ ਕਿ ਮੈਂ ਅੱਜ ਇਸਰਾਈਲੀਆਂ ਦੇ ਨਾਲ ਨਹੀਂ ਸੀ ਤੇ ਉਹ ਇਸਰਾਈਲੀ ਕੀ ਹੋ ਗਏ, ਹਾਰ ਗਏ। ਔਰ ਇਸ ਚੀਜ਼ ਦਾ ਫਿਰ ਪਤਾ ਚੱਲਦਾ ਯਹੋਸ਼ੂਆ, ਜਦੋਂ ਯਹੋਸ਼ੂਆ ਨੂੰ ਪਰਮੇਸ਼ਰ ਇਸ ਤਰ੍ਹਾਂ ਬੋਲਦੇ ਤੇ ਯਹੋਸ਼ੂਆ ਕਹਿੰਦਾ, ਪਰਮੇਸ਼ਰ ਹੁਣ ਮੈਂ ਕੀ ਕਰਾਂ? ਪਰਮੇਸ਼ਰ ਕੋ ਤੋਂ ਕੁਝ ਨਹੀਂ ਛੁਪਿਆ ਸੀ, ਪਰਮੇਸ਼ਰ ਨੂੰ ਤਾਂ ਪਹਿਲੇ ਹੀ ਪਤਾ ਚੱਲ ਗਿਆ ਸੀ ਕਿ ਹਾਂ, ਇਸ ਪਰਸਨ ਨੇ ਕੀ ਕੀਤਾ, ਪਾਪ ਕੀਤਾ, ਮੇਰੇ ਨੇਮ ਨੂੰ ਤੋੜਿਆ। ਪਰ ਯਹੋਸ਼ੂਆ ਨੂੰ ਤੇ ਬਾਕੀ ਲੋਕਾਂ ਨੂੰ ਦੱਸਣ ਵਾਸਤੇ ਪਰਮੇਸ਼ਰ ਨੇ ਕੀ ਕਿਹਾ ਕਿ ਯਹੋਸ਼ੂਆ, ਤੂੰ 12 ਦੇ 12 ਕਬੀਲਿਆਂ ਨੂੰ ਮੇਰੇ ਅੱਗੇ ਲੈ ਕੇ ਆ, ਮੇਰੇ ਸਾਹਮਣੇ ਤੂੰ ਖੜਿਆ ਕਰ। ਉਹਨਾਂ ਵਿੱਚੋਂ ਜਿਹੜਾ ਚੋਰ ਹੋਏਗਾ, ਜਿਹਨੇ ਚੋਰੀ ਕੀਤੀ ਹੋਏਗੀ, ਉਹਨੂੰ ਮੈਂ ਚੁਣਾਂਗਾ, ਉਹਨੂੰ ਮੈਂ ਉਹ ਸਜ਼ਾ ਦੇਵਾਂਗਾ ਜੋ ਮੈਂ ਉਸ ਵਾਸਤੇ ਠਹਿਰਾਈ ਹੈ, ਜਿਸਨੇ ਪਾਪ ਕੀਤਾ, ਚੋਰੀ ਕੀਤੀ ਹੈ। ਹਾਲੇਲੂਇਆ। ਸੋ ਅੱਜ ਪਰਮੇਸ਼ਰ ਦੇ ਵਚਨ ਤਰਫ ਚੱਲਦੇ ਹਾਂ। ਅੰਤ ਜੋ ਆਦਮੀ ਮੇਰੀ ਚੋਰੀ ਦੀ ਚੀਜ਼ ਨਾਲ ਫੜਿਆ ਜਾਵੇ, ਉਸ ਨੂੰ ਉਸ ਚੀਜ਼ ਅਤੇ ਜੋ ਉਸ ਦਾ ਬਾਕੀ ਹੈ ਸਮੇਤ ਅੱਗ ਨਾਲ ਸਾੜ ਦਿੱਤਾ ਜਾਵੇ, ਕਿਉਂਕਿ ਉਸਨੇ ਪ੍ਰਭੂ ਦੇ ਨੇਮ ਨੂੰ ਤੋੜ ਕੇ ਸਭ ਇਸਰਾਈਲੀਆਂ ਲਈ ਸ਼ਰਮਨਾਕ ਕੰਮ ਕੀਤਾ ਹੈ। ਸੋ ਯਹੋਸ਼ੂਆ ਨੇ ਅਗਲੀ ਸਵੇਰੇ ਸਾਰੇ ਕਬੀਲੇ ਪ੍ਰਭੂ ਅੱਗੇ ਪੇਸ਼ ਕੀਤੇ ਤਾਂ ਯਹੂਦਾ ਦਾ ਕਬੀਲਾ ਫੜਿਆ ਗਿਆ। ਫਿਰ ਉਸਨੇ ਯਹੂਦਾ ਦੀਆਂ ਸਭ ਕੁੱਲਾਂ ਨੂੰ ਪ੍ਰਭੂ ਅੱਗੇ ਪੇਸ਼ ਕੀਤਾ ਤਾਂ ਜ਼ਰਾ ਦੀ ਕੁੱਲ ਫੜੀ ਗਈ। ਜ਼ਰਾ ਦੇ ਟੱਬਰਾਂ ਵਿੱਚੋਂ ਜਬਦੀ ਦਾ ਟੱਬਰ ਫੜਿਆ ਗਿਆ। ਜਬਦੀ ਦੇ ਆਦਮੀਆਂ ਵਿੱਚੋਂ ਕਰਮੀ ਦਾ ਪੁੱਤਰ ਅਕਾਨ ਫੜਿਆ ਗਿਆ, ਜੋ ਜਬਦੀ ਦਾ ਪੋਤਾ ਅਤੇ ਜ਼ਰਾ ਦਾ ਪੜਪੋਤਾ ਸੀ। ਤਦ ਯਹੋਸ਼ੂਆ ਨੇ ਕਿਹਾ, ਤੂੰ ਇਸਰਾਇਲ ਦੇ ਪ੍ਰਭੂ ਪਰਮੇਸ਼ਰ ਦਾ ਨਾਂ ਲੈ ਕੇ ਅਤੇ ਮੈਨੂੰ ਸੱਚ ਦੱਸ ਕਿ ਤੂੰ ਕੀ ਕੀਤਾ ਜੋ ਪਰਮੇਸ਼ਰ ਨੂੰ ਪਸੰਦ ਨਹੀਂ ਆਇਆ, ਔਰ ਤੂੰ ਕੋਈ ਵੀ ਗੱਲ ਮੇਰੇ ਤੋਂ ਛੁਪਾਏਗਾ ਨਹੀਂ।
ਕਿ ਤੂੰ ਪਰਮੇਸ਼ਰ ਦੇ ਵਿਰੁੱਧ ਕਿਹੜਾ ਪਾਪ ਕੀਤਾ ਜਿਹਦੇ ਬਾਰੇ ਮੈਨੂੰ ਨਹੀਂ ਪਤਾ। ਹੁਣ ਮੈਨੂੰ ਸੱਚ ਦੱਸ, ਕਿਉਂਕਿ ਪਰਮੇਸ਼ਰ ਨੇ ਮੈਨੂੰ ਬੋਲਿਆ ਕਿ ਜਿਸ ਨੂੰ ਮੈਂ ਚੁਣਾਂਗਾ ਉਸ ਲਈ ਇਹ ਸਜ਼ਾ ਹੈ, ਤੇ ਮੈਂ ਹੋਰ ਕਿਸੇ ਨੂੰ ਸਜ਼ਾ ਨਹੀਂ ਬਲਕਿ ਉਸੇ ਨੂੰ ਹੀ ਦੇਣੀ ਔਰ ਜਿਸ ਨੇ ਪਾਪ ਕੀਤਾ। ਔਰ ਪਰਮੇਸ਼ਰ ਨੇ ਤੈਨੂੰ ਉਸ ਲਈ ਠਹਿਰਾਇਆ ਕਿ ਤੂੰ ਇਹ ਕੰਮ ਕੀਤਾ। ਔਰ ਹੁਣ ਤੂੰ ਮੈਨੂੰ ਸੱਚ ਦੱਸ ਕਿ ਤੂੰ ਇਹ ਕੰਮ ਕੀ ਕੀਤਾ, ਤੂੰ ਕੀ ਚੋਰੀ ਕੀਤਾ, ਤੂੰ ਪਰਮੇਸ਼ਰ ਵਿਰੁੱਧ ਕਿਹੜਾ ਪਾਪ ਕੀਤਾ। ਔਰ ਅੱਗੇ ਅਕਾਨ ਨੇ ਹੁਣ ਯਹੋਸ਼ੂਆ ਨੂੰ ਦੱਸਿਆ। ਅਕਾਨ ਨੇ ਉੱਤਰ ਦਿੱਤਾ, ਹਾਂ ਮੈਂ ਇਸਰਾਇਲ ਦੇ ਪ੍ਰਭੂ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਹੈ ਜੋ ਇਸ ਤਰ੍ਹਾਂ ਨਾਲ ਹੈ। ਮੈਨੂੰ ਲੁੱਟ ਦੇ ਮਾਲ ਵਿੱਚੋਂ ਸਿਨਾਰ ਦੇਸ਼ ਦਾ ਬਣਿਆ ਇੱਕ ਸੁੰਦਰ ਕੱਪੜਾ, ਕੋਈ 2 ਕਿਲੋ ਚਾਂਦੀ ਅਤੇ ਅੱਧੇ ਕਿਲੋ ਸੋਨੇ ਦੀ ਇੱਟ ਬਹੁਤ ਪਸੰਦ ਆਈ ਸੀ। ਮੈਂ ਉਹਨਾਂ ਨੂੰ ਚੁਰਾ ਕੇ ਆਪਣੇ ਤੰਬੂ ਦੇ ਅੰਦਰ ਦੱਬ ਰੱਖਿਆ ਹੈ। ਇਹ ਦੋਵੇਂ ਤੁਹਾਨੂੰ ਉੱਥੇ ਮਿਲ ਸਕਦੀਆਂ ਹਨ। ਪਰਮੇਸ਼ਵਰ ਉਹਨਾਂ ਨੂੰ ਕਿੰਨਾ ਕੁਛ ਦੇ ਰਿਹਾ ਸੀਗਾ, ਅੱਛਾ ਖਾਣ ਲਈ, ਅੱਛਾ ਪਹਿਨਣ ਲਈ, ਔਰ ਹਰ ਜਗ੍ਹਾ ਤੇ ਉਹ ਇਲਾਕੇ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਹਿੰਦੀਆਂ, ਪਰਮੇਸ਼ਰ ਨੇ ਜੋ ਪ੍ਰੋਮਿਸ ਕੀਤਾ ਉਸ ਪਲੇਸ ਤੇ ਉਹਨਾਂ ਨੂੰ ਲੈ ਕੇ ਜਾ ਰਿਹਾ ਸੀ ਪਰਮੇਸ਼ਰ। ਔਰ ਕੁਝ ਇਲਾਕੇ ਉਹਨਾਂ ਨੇ ਜਿੱਤ ਵੀ ਲਏ ਸੀਗੇ ਕੁਝ ਕਬੀਲਿਆਂ ਨੇ, ਔਰ ਕੁਝ ਕਬੀਲੇ ਜੋ ਰਹਿ ਗਏ ਸੀ ਜਿਨ੍ਹਾਂ ਲਈ ਉਹ ਗੁਨੇ ਪਾਏ ਗਏ ਸੀ, ਉਹ ਧਰਤੀ ਉਹਨਾਂ ਨੂੰ ਮਿਲਣੀ ਸੀ। ਔਰ ਉੱਥੇ ਉਹਨਾਂ ਨੇ ਜਾ ਕੇ ਲੜਾਈ ਕਰਕੇ ਉਸ ਨੂੰ ਉਹਨਾਂ ਨੇ ਜਿੱਤ ਲੈਣਾ ਸੀ ਔਰ ਉਸ ਪਲੇਸ ਤੇ ਉਹਨਾਂ ਦਾ ਕਬਜ਼ਾ ਹੋਣਾ ਸੀ। ਪਰਮੇਸ਼ਰ ਇੰਨਾ ਕੁਛ ਉਹਨਾਂ ਨੂੰ ਦੇਣ ਜਾ ਰਹੇ ਸੀਗੇ। ਔਰ ਕੀ ਕੀਤਾ ਉਹਨੇ, ਕੀ ਕੀਤਾ ਜਦ ਕਿ ਪਰਮੇਸ਼ਰ ਇੰਨਾ ਕੁਛ ਉਹਨਾਂ ਨੂੰ ਦੇ ਚੁੱਕੇ ਸੀ ਔਰ ਦੇ ਵੀ ਰਹੇ ਸੀਗੇ। ਅਜੇ ਵੀ ਉਹਨਾਂ ਕੋਲ ਕਿਸੇ ਵੀ ਚੀਜ਼ ਦੀ ਕੋਈ ਐਸੀ ਕਮੀ ਨਹੀਂ ਸੀਗੀ। ਪਰ ਕੀ ਹੋਇਆ, ਉਹਦੇ ਮਨ ਵਿੱਚ ਲਾਲਚ, ਚੋਰੀ ਆ ਗਈ ਔਰ ਉਸਨੇ ਉਹ ਚੀਜ਼ਾਂ, ਛੋਟੀ ਜਿਹੀਆਂ ਚੀਜ਼ਾਂ, ਕੋਈ ਜ਼ਿਆਦਾ ਚੀਜ਼ ਨਹੀਂ, ਪਰਮੇਸ਼ਰ ਇੰਨਾ ਕੁਛ ਉਹਨਾਂ ਨੂੰ ਦੇ ਰਹੇ ਸੀ, ਇੰਨਾ ਧਨ ਦੌਲਤ, ਧੀਆਂ ਪੁੱਤਰ, ਡੰਗਰ ਬਾਰ, ਸਭ ਕੁਛ ਦਿੱਤਾ ਪਰਮੇਸ਼ਰ ਨੇ ਉਹਨਾਂ ਨੂੰ, ਔਰ ਇੱਕ ਛੋਟੀ ਜਿਹੀ ਚੀਜ਼ ਉਹਨੇ ਚੋਰੀ ਕਰ ਲਈ, ਇੱਕ ਸੁੰਦਰ ਕੱਪੜਾ, ਜਦ ਕਿ ਪਰਮੇਸ਼ਰ ਨੂੰ ਪਹਿਨਣ ਲਈ ਅੱਛੇ ਕੱਪੜੇ ਦੇ ਰਹੇ ਸੀਗੇ, ਔਰ ਸੋਨਾ ਚਾਂਦੀ, 2 ਕਿਲੋ ਚਾਂਦੀ ਔਰ ਅੱਧਾ ਕਿਲੋ ਸੋਨੇ ਦੀ ਇੱਟ। ਜਦ ਕਿ ਯਹੋਵਾ ਪਰਮੇਸ਼ਰ ਉਹਨਾਂ ਨੂੰ ਇੰਨਾ ਕੁਛ ਦੇ ਚੁੱਕੇ ਸੀ, ਇੰਨਾ ਕੁਛ ਦੇ ਰਹੇ ਸੀ, ਔਰ ਉਹਨੇ ਛੋਟੀ ਜਿਹੀ ਚੀਜ਼ ਨੂੰ ਕੀ ਕੀਤਾ, ਚੋਰੀ ਕਰ ਲਿਆ। ਪਰਮੇਸ਼ਰ ਦੇ ਵਿਰੁੱਧ ਪਾਪ ਕੀਤਾ ਕਿਉਂਕਿ ਉਹ ਪਵਿੱਤਰ ਚੀਜ਼ਾਂ ਸੀਗੀਆਂ, ਔਰ ਪਵਿੱਤਰ ਚੀਜ਼ਾਂ ਨੂੰ ਚੁਰਾਉਣ ਦਾ ਉਸਨੂੰ ਕੀ ਮਿਲਿਆ, ਪਾਪ ਦੀ ਸਜ਼ਾ ਮਿਲੀ, ਮੌਤ। ਜੋ ਪਰਮੇਸ਼ਰ ਨੇ, ਅਸੀਂ ਵਰਸ ਨੂੰ ਪੜ੍ਹਿਆ ਪਹਿਲੇ ਕਿ ਪਰਮੇਸ਼ਰ ਨੇ ਬੋਲਿਆ ਕਿ ਜਿਹਦੇ ਕੋਲੋਂ ਮੇਰੀ ਚੋਰੀ ਦਾ, ਮੇਰੀਆਂ ਪਵਿੱਤਰ ਚੀਜ਼ਾਂ ਦਾ, ਜਿਹਦੇ ਕੋਲੋਂ ਵੀ ਉਹ ਸਮਾਨ ਮਿਲੇਗਾ ਤੇ ਉਹਨਾਂ ਨੂੰ ਕੀ ਕਰਨਾ, ਉਹਦੇ ਧੀਆਂ ਪੁੱਤਰ ਸਮੇਤ ਉਸਦਾ ਸਾਰਾ ਕੁਝ, ਜੋ ਕੁਝ ਵੀ ਮਾਲ ਡੰਗਰ, ਹਰ ਇੱਕ ਚੀਜ਼ ਨੂੰ ਕੀ ਕਰ ਦੇਣਾ, ਤੂੰ ਅੱਗ ਨਾਲ ਭਸਮ ਕਰ ਦੇਣਾ। ਪਾਪ, ਚੋਰੀ ਦਾ ਪਾਪ ਕੀ ਹੈ, ਹਰ ਜਗ੍ਹਾ ਤੇ ਪਾਪ, ਮੌਤ ਹੈ ਉਹਦਾ ਅਸਰ, ਰਿਜ਼ਲਟ ਕੀ ਆਏਗਾ, ਮੌਤ, ਉਹਦਾ ਮੌਤ। ਪਾਪ ਦਾ ਫਲ ਕੀ ਮਿਲੇਗਾ, ਮੌਤ। ਅਸੀਂ ਬਾਰ-ਬਾਰ ਪੜ੍ਹਦੇ ਹਾਂ ਔਰ ਜਦੋਂ ਅਸੀਂ ਪੜ੍ਹਦੇ ਅਸੀਂ ਕੰਮ ਜਾਂਦੇ ਹਾਂ ਕਿ ਪਰਮੇਸ਼ਵਰ ਜੋ ਇੰਨਾ ਪ੍ਰੇਮ ਕਰਦਾ ਔਰ ਇਸ ਤਰ੍ਹਾਂ ਦੀ ਉਹ ਸਜ਼ਾ ਵੀ ਦਿੰਦਾ। ਹਾਲੇਲੂਇਆ। ਪਰਮੇਸ਼ਵਰ ਨੇ ਕੀ ਕੀਤਾ, ਅਕਾਨ ਨੂੰ ਮਾਫ ਨਹੀਂ ਕੀਤਾ, ਬਲਕਿ ਕੀ ਕੀਤਾ, ਪਰਮੇਸ਼ਵਰ ਨੇ ਬੋਲਿਆ ਕਿ ਜੋ ਕੁਝ ਵੀ ਇਹਦਾ ਹੈ ਉਹ ਸਾਰਾ ਕੁਝ ਲੈ ਔਰ ਇਸ ਨੂੰ ਕੀ ਕਰ, ਅੱਗ ਦੇ ਨਾਲ ਭਸਮ ਕਰ ਦੇ। ਕਿਉਂ? ਕਿਉਂਕਿ ਇਹਨੇ ਮੇਰੀਆਂ ਪਵਿੱਤਰ ਚੀਜ਼ਾਂ ਦੀ ਚੋਰੀ ਕੀਤੀ, ਜਿਨ੍ਹਾਂ ਦੀ ਮੈਂ ਮਨਾਹੀ ਕੀਤੀ ਸੀ, ਇਹਨੇ ਉਹ ਕੰਮ ਕੀਤਾ, ਇਹਨੇ ਮੇਰੇ ਨੇਮ ਨੂੰ ਕੀ ਕੀਤਾ, ਤੋੜਿਆ। ਇੱਕ ਬਹੁਤ ਸ਼ਰਮਨਾਕ ਕੰਮ ਹੈ ਚੋਰੀ, ਇੱਕ ਸ਼ਰਮਿੰਦਗੀ ਹੈ। ਪਰਮੇਸ਼ਰ ਸਾਨੂੰ ਇਹ ਚੀਜ਼ਾਂ ਤੋਂ ਬਾਹਰ ਲੈ ਕੇ ਆਉਂਦੇ ਔਰ ਅਸੀਂ ਕੀ ਕਰਦੇ ਹਾਂ, ਬਾਰ-ਬਾਰ ਉਹਨਾਂ ਵਿੱਚ ਜਾ ਕੇ ਫਸ ਜਾਂਦੇ ਹਾਂ। ਜਿੱਦਾਂ ਕਿ ਖੁਦਾਵੰਦ ਨੇ ਸਾਰਿਆਂ ਨੂੰ ਲੈ ਕੇ ਆ ਰਹੇ, ਪਰਮੇਸ਼ਰ ਨੇ ਸਾਰੇ ਨਿਯਮ ਵੀ ਦੱਸੇ, ਸਾਰਾ ਕੁਝ ਦੱਸਿਆ ਕਿ ਤੁਸੀਂ ਪਾਪ ਨਹੀਂ ਕਰਨਾ। ਇਹ ਬਹੁਤ ਸਾਰੇ ਪਾਪ ਹੈ ਜਿਨ੍ਹਾਂ ਬਾਰੇ ਤੁਹਾਨੂੰ ਨਹੀਂ ਪਤਾ। ਪਰਮੇਸ਼ਰ ਨੇ ਮੂਸਾ ਨੂੰ ਸਾਰੀਆਂ ਵਿਵਸਥਾਵਾਂ ਦੱਸੀਆਂ, ਉਹਦੇ ਵਿੱਚ ਸਾਰਾ ਕੁਝ ਲਿਖਿਆ ਗਿਆ, ਪੜ੍ਹਿਆ ਗਿਆ ਇਹਨਾਂ ਲੋਕਾਂ ਸਾਹਮਣੇ, ਔਰ ਫਿਰ ਵੀ ਕੀ ਕਰ ਰਹੇ ਸੀ, ਇਹ ਜਾਣਦੇ ਹੋਏ ਫਿਰ ਵੀ ਇਹਨੇ ਕੀ ਕੀਤਾ, ਪਾਪ ਕਰ ਦਿੱਤਾ। ਹਾਲੇਲੂਇਆ। ਸੋ ਖੁਦਾਵੰਦ ਨੇ ਇਹਨਾਂ ਦੇ ਇਸ ਪਾਪ ਨੂੰ ਇਸ ਵਾਰ ਕੀ ਕੀਤਾ, ਮਾਫ ਨਹੀਂ ਕੀਤਾ। ਪਰਮੇਸ਼ਵਰ ਨੇ ਬੋਲਿਆ ਔਰ ਯਹੋਸ਼ੂਆ ਨੇ ਉਸ ਚੀਜ਼ ਨੂੰ ਫਿਰ ਪੂਰਾ ਕੀਤਾ। ਯਹੋਸ਼ੂਆ ਨੇ ਜਦੋਂ ਆਪਣੇ ਆਦਮੀਆਂ ਨੂੰ ਅਕਾਨ ਦੇ ਘਰ ਵਿੱਚ ਭੇਜਿਆ, ਉਹਦੇ ਤੰਬੂ ਵਿੱਚ ਭੇਜਿਆ, ਤੇ ਜਿੱਥੇ ਉਹਨੇ ਬੋਲਿਆ ਸੀ ਉਹ ਸਾਰਾ ਸਮਾਨ ਮਿਲ ਗਿਆ। ਔਰ ਜਦੋਂ ਉਹ ਸਮਾਨ ਲੈ ਕੇ ਆਏ, ਆ ਕੇ ਉਹਨਾਂ ਨੇ ਯਹੋਸ਼ੂਆ ਨੂੰ ਫੜਾਇਆ, ਔਰ ਜਦੋਂ ਪ੍ਰੂਫ ਹੋ ਗਿਆ ਕਿ ਸਮਾਨ ਸੱਚਮੁੱਚ ਇਸੇ ਨੇ ਚੋਰੀ ਕੀਤਾ ਹੈ, ਜਿਸ ਤਰ੍ਹਾਂ ਪਰਮੇਸ਼ਵਰ ਨੇ ਆਗਿਆ ਦਿੱਤੀ ਸੀ, ਯਹੋਸ਼ੂਆ ਨੇ ਉਸੇ ਤਰ੍ਹਾਂ ਹੀ ਫਿਰ ਉਸ ਟੱਬਰ ਨਾਲ ਕੀਤਾ। ਤਦ ਯਹੋਸ਼ੂਆ ਨੇ ਕਾਨ ਨੂੰ ਕਿਹਾ, ਤੂੰ ਸਾਡੇ ਉੱਤੇ ਮੁਸੀਬਤ ਲਿਆਵੇਂਗਾ। ਇਹ ਕਹਿ ਕੇ ਸਭ ਇਸਰਾਏਲੀਆਂ ਨੇ ਕਾਨ ਨੂੰ ਉਸ ਦੇ ਟੱਬਰ ਸਮੇਤ ਪਥਰਾਓ ਕਰਕੇ ਉਸ ਦੇ ਸਭ ਮਾਲ ਮਤੇ ਸਮੇਤ ਅੱਗ ਨਾਲ ਭਸਮ ਕਰ ਦਿੱਤਾ। ਉਹਨਾਂ ਉਸ ਥਾਂ ਦੇ ਇੱਕ
ਪੱਥਰਾਂ ਦਾ ਢੇਰ ਲਾ ਦਿੱਤਾ ਜੋ ਅੱਜ ਤੱਕ ਉੱਥੇ ਹੈ ਅਤੇ ਉਸ ਦਾ ਨਾਂ ਅਕੋਰ ਦੀ ਖੱਡ ਹੈ। ਇਹ ਹੋਣ ਤੇ ਪ੍ਰਭੂ ਦਾ ਕ੍ਰੋਧ ਉਹਨਾਂ ਤੋਂ ਦੂਰ ਹੋ ਗਿਆ। ਜਦੋਂ ਉਹਨਾਂ ਨੇ ਪਰਮੇਸ਼ਰ ਦੇ ਵਿਰੁੱਧ ਪਾਪ ਕੀਤਾ, ਪਰਮੇਸ਼ਰ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਔਰ ਉਸ ਤੋਂ ਬਾਅਦ ਕੀ ਹੋਇਆ ਕਿ ਪਰਮੇਸ਼ਰ ਦਾ ਕ੍ਰੋਧ ਸ਼ਾਂਤ ਹੋਇਆ। ਖੁਦਾਵੰਦ ਸਾਡੇ ਨਾਲ ਪ੍ਰੇਮ ਕਰਦੇ ਔਰ ਉਹਨਾਂ ਨੂੰ ਗੁੱਸਾ ਵੀ ਆਉਂਦਾ ਜਦੋਂ ਅਸੀਂ ਚੋਰੀ ਕਰਦੇ ਹਾਂ। ਔਰ ਇਸ ਦਾ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਕਿ ਦਸ਼ਮਾਂਸ਼ ਦੇ ਉੱਪਰ ਕਿ 9 ਹਿੱਸੇ ਤੋਂ ਆਪਣੇ ਕੋਲ ਰੱਖ ਔਰ 10ਵਾਂ ਹਿੱਸਾ ਮੇਰੇ ਘਰ ਵਿੱਚ ਲੈ ਕੇ ਆ, ਮੇਰੇ ਮੋਦੀ ਖਾਨੇ ਵਿੱਚ ਲੈ ਕੇ ਆ। ਪਰ ਕੁਝ ਸਾਡੇ ਭੈਣ ਭਰਾ ਇਸ ਤਰ੍ਹਾਂ ਦੇ ਹੈ ਜੋ ਕਿ 10ਵਾਂ ਹਿੱਸਾ ਪਰਮੇਸ਼ਰ ਦਾ ਜੋ ਹੈ ਉਹ ਵੀ ਚੋਰੀ ਕਰ ਜਾਂਦੇ ਆ। ਕੋਈ ਸਰਕਾਰ ਦਾ ਟੈਕਸ ਚੋਰੀ ਕਰਦਾ, ਜਦਕਿ ਪਰਮੇਸ਼ਰ ਦਾ ਵਚਨ ਪਵਿੱਤਰ ਕਲਾਮ ਸਾਨੂੰ ਇਹ ਦੱਸਦਾ ਕਿ ਚੋਰੀ ਕੀ ਹੈ, ਪਾਪ ਹੈ, ਬਲਕਿ ਜੋ ਪਰਮੇਸ਼ਰ ਦਾ ਪਰਮੇਸ਼ਰ ਨੂੰ ਦਿੱਤਾ ਜਾਏ ਔਰ ਜੋ ਸਰਕਾਰ ਦਾ ਉਸ ਸਰਕਾਰ ਨੂੰ ਦਿੱਤਾ ਜਾਏ। ਸੋ ਸਾਨੂੰ ਨਾ ਟੈਕਸ ਚੋਰੀ ਕਰਨਾ ਚਾਹੀਦਾ ਔਰ ਨਾ ਹੀ ਪਰਮੇਸ਼ਰ ਦਾ ਦਸ਼ਮਾਂਸ਼, ਕਿਉਂਕਿ ਹਰ ਚੋਰੀ ਜੋ ਪਾਪ ਹੈ, ਜੋ ਪਰਮੇਸ਼ਰ ਦੀ ਵਿਵਸਥਾ ਦੇ ਉਲੰਘਣਾ ਕਰਦਾ, ਜੋ ਪਰਮੇਸ਼ਰ ਦੇ ਨੇਮ ਨੂੰ ਤੋੜਦਾ ਤੇ ਪਰਮੇਸ਼ਰ ਨੂੰ ਕ੍ਰੋਧ ਆਉਂਦਾ। ਔਰ ਫਿਰ ਅਸੀਂ ਜਾਣਦੇ ਹਾਂ, ਹੁਣੇ ਅਸੀਂ ਕੀ ਦੇਖਿਆ ਕਿ ਪਰਮੇਸ਼ਰ ਕੀ ਕਰਦੇ ਹੈ, ਫਿਰ ਉਸ ਨੂੰ ਜੜ ਚੋਂ ਹੀ ਨਾਸ਼ ਕਰ ਦਿੰਦੇ, ਉਹਦੀ ਹਰ ਇੱਕ ਚੀਜ਼ ਖਤਮ ਹੋ ਜਾਂਦੀ ਹੈ। ਇਸ ਕਰਕੇ ਅਸੀਂ ਇਸ ਪਾਪ ਨੂੰ ਅਸੀਂ ਅੱਜ ਅੰਗੀਕਾਰ ਕਰਨਾ ਕਿ ਅਸੀਂ ਦੁਬਾਰਾ ਇਸ ਪਾਪ ਨੂੰ ਦੁਬਾਰਾ ਨਾ ਕਰੀਏ। ਅਸੀਂ ਅੱਜ ਤੋਬਾ ਕਰਨੀ ਪਰਮੇਸ਼ਰ ਦੇ ਅੱਗੇ ਕਿ ਖੁਦਾਵੰਦ ਮੈਂ ਤੇਰੀ ਹਜ਼ੂਰੀ 'ਚ ਆਉਣਾ, ਤੋਬਾ ਕਰਦਾ ਤੇ ਅੱਜ ਤੋਂ ਬਾਅਦ ਮੈਂ ਕਦੀ ਵੀ ਇਹ ਦੁਬਾਰਾ ਇਹ ਪਾਪ ਨਹੀਂ ਕਰਾਂਗਾ। ਕਿਉਂਕਿ ਇਸ ਪਰਮੇਸ਼ਰ ਵਚਨ ਜਾਣਦੇ ਹੈ ਕਿ ਲਿਖਿਆ ਹੋਇਆ ਕਿ ਚੋਰ ਜਦੋਂ ਚੋਰੀ ਕਰਦਾ ਫੜਿਆ ਜਾਂਦਾ ਤੇ ਉਹਨੂੰ 7 ਗੁਣਾ ਵਾਪਸ ਦੇਣਾ ਪੈਂਦਾ। ਸੋ ਅਸੀਂ ਹਰਜ਼ਾਨਾ ਨਹੀਂ ਭਰਨਾ, ਅਸੀਂ ਫਾਈਨ ਨਹੀਂ ਭਰਨਾ, ਬਲਕਿ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਉਹਦੇ ਵਿੱਚੋਂ ਅਸੀਂ ਦਸ਼ਮਾਂਸ਼ ਕਰਨਾ। ਔਰ ਸਰਕਾਰ ਦੀ ਵੀ ਚੋਰੀ ਨਹੀਂ ਕਰਨੀ, ਟੈਕਸ ਦੀ, ਉਹ ਵੀ ਟੈਕਸ ਪ੍ਰੋਪਰ ਵੇ ਨਾਲ ਦੇਣਾ। ਨਾ ਬਿਜਲੀ ਦੀ ਚੋਰੀ ਕਰਨੀ, ਕਿਉਂਕਿ ਬਿਜਲੀ ਦੀ ਚੋਰੀ ਵੀ ਕਈ ਜਗ੍ਹਾ 'ਤੇ ਕੀਤੀ ਜਾਂਦੀ ਹੈ। ਇਲੈਕਟ੍ਰੀਸਿਟੀ ਦੀ ਉਹਦਾ ਬਿੱਲ ਅੱਛੀ ਤਰ੍ਹਾਂ ਪੇ ਕਰਨਾ, ਉਹ ਵੀ ਚੋਰੀ ਨਹੀਂ ਕਰਨੀ। ਹਰ ਇੱਕ ਚੀਜ਼ ਜੋ ਪਰਮੇਸ਼ਰ ਦੇ ਵਚਨ ਵਿੱਚ ਸਾਨੂੰ ਸਿੱਖਣ ਨੂੰ ਮਿਲਦੀ ਹੈ ਕਿ ਅਸੀਂ ਉਹ ਪਾਪ ਨਹੀਂ ਕਰਨਾ। ਹਾਲੇਲੂਇਆ। ਸੋ ਆਓ ਅਸੀਂ ਸਭ ਜਨ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਅੱਜ ਦੇ ਅੱਛੇ ਵਚਨ ਦੇ ਲਈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਧੰਨਵਾਦ ਪਿਤਾ ਪਰਮੇਸ਼ਰ, ਮੈਂ ਤੁਹਾਡਾ ਧੰਨਵਾਦ ਕਰਦੀ, ਤੁਹਾਡਾ ਥੈਂਕਸ ਕਰਦੀ ਮੇਰੇ ਸਾਮਰਥੀ ਪਰਮੇਸ਼ਰ ਅੱਜ ਦੇ ਅੱਛੇ ਵਚਨ ਦੇ ਲਈ। ਪਿਤਾ ਪਰਮੇਸ਼ਰ, ਜੋ ਅਸੀਂ ਸੱਚਮੁੱਚ ਸਾਡੇ ਉੱਪਰ ਇਸ ਭੇਦ ਨੂੰ ਖੋਲਿਆ ਕਿ ਚੋਰੀ ਕਰਨਾ ਇੱਕ ਪਾਪ ਹੈ ਮੇਰੇ ਜ਼ਿੰਦਾ ਖੁਦਾਵੰਦ, ਤੇ ਅੱਜ ਤੋਂ ਬਾਅਦ ਅਸੀਂ ਕਦੀ ਵੀ ਚੋਰੀ ਨਾ ਕਰੀਏ ਮੇਰੇ ਜੀਵਿਤ ਪਰਮੇਸ਼ਰ। ਇਹ ਪਾਪ ਅਸੀਂ ਦੁਬਾਰਾ ਨਾ ਕਰੀਏ। ਅਸੀਂ ਤੁਹਾਡੇ ਹਜ਼ੂਰੀ ਵਿੱਚ ਆਨੇ ਜਾਣੇ ਅਣਜਾਣੇ ਵਿੱਚ ਜੇ ਅਸੀਂ ਕਦੀ ਇਹ ਪਾਪ ਕੀਤਾ ਜਾਂ ਮੇਰੇ ਭੈਣ ਭਰਾਵਾਂ ਨੇ ਕਿਸੇ ਨੇ ਪਾਪ ਕੀਤਾ, ਪਿਤਾ ਪਰਮੇਸ਼ਰ ਸਾਡੇ ਸਭ ਦੇ ਪਾਪਾਂ ਨੂੰ ਤੁਸੀਂ ਮਾਫ ਕਰਨਾ, ਕਿਉਂਕਿ ਤੁਸੀਂ ਦਿਆਲੂ ਕਿਰਪਾਲੂ ਜ਼ਿੰਦਾ ਖੁਦਾਵੰਦ ਹੋ। ਔਰ ਪਿਤਾ ਪਰਮੇਸ਼ਰ, ਜੋ ਅੱਜ ਅਸੀਂ ਸਮਝ ਲਿਆ ਤੁਹਾਡੇ ਵਚਨ ਦੇ ਵਿੱਚੋਂ ਕਿ ਚੋਰੀ ਪਾਪ ਹੈ, ਤੇ ਮੇਰੇ ਸਾਮਰਥੀ ਪਰਮੇਸ਼ਰ ਅਸੀਂ ਕਦੀ ਵੀ ਚੋਰੀ ਨਾ ਕਰੀਏ। ਗੁਨਾਹ, ਇਹ ਪਾਪ ਤੁਹਾਡੇ ਵਿਰੁੱਧ ਅਸੀਂ ਨਾ ਕਰੀਏ ਮੇਰੇ ਜਿੱਤਾ ਖੁਦਾਵੰਦ। ਤੁਹਾਡੀ ਵਿਵਸਥਾ ਦੇ ਜੋ ਵਿਰੁੱਧ ਹੈ ਪਿਤਾ ਪਰਮੇਸ਼ਰ ਜੀ, ਅਸੀਂ ਇਹ ਚੀਜ਼ ਦੁਬਾਰਾ ਰਿਪੀਟ ਨਾ ਕਰੀਏ। ਪਾਪ ਨੂੰ ਅਸੀਂ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਵਾਪਸ ਨਾ ਆਉਣ ਦੇਈਏ, ਜਿਸ ਤੋਂ ਤੁਸੀਂ ਸਾਨੂੰ ਫ੍ਰੀ ਕੀਤਾ, ਸਾਨੂੰ ਮਾਫ ਕੀਤਾ ਮੇਰੇ ਜਿੰਦਾ ਖੁਦਾਵੰਦ। ਤੁਹਾਡਾ ਧੰਨਵਾਦ ਕਰਦੀ, ਤੁਹਾਡਾ ਥੈਂਕਸ ਕਰਦੀ। ਔਰ ਜਿੰਨੇ ਜਨ ਵਚਨ ਸੁਣ ਰਹੇ ਮੇਰੇ ਸਾਮਰਥੀ ਪਰਮੇਸ਼ਰ ਕੀ ਜਨ ਨੂੰ ਛੂ ਕੇ ਬਲੈਸ ਕਰਨਾ, ਬਰਕਤ ਤੇ ਬਰਕਤ ਦੇਣਾ। ਇਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ।